पीटीसी नैटवर्क का खास धार्मिक नजराना सिख सरगर्मियां लैके हाजिर हाँ मैं मनिंदर सिंह मोंगा। इस प्रोग्राम में असीं सिखां दी सिरमौर जथेबंदी श्रोमणी गुरुद्वारा प्रबंधक कमेटी ਵੱਲੋਂ सिक्खी के प्रचार और प्रसार ਲਈ ਨਿਭਾਈਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਤੋਂ ਆਪ ਜੀ ਨੂੰ ਜਾਣੂ ਕਰਵਾਉਂਦੇ ਹਾਂ ਅਤੇ ਇਸ ਦੇ ਨਾਲ ਹੀ ਪਾਵਨ ਪਿੱਤਰ ਇਤਿਹਾਸਿਕ ਦਿਹਾੜਿਆਂ ਦੀ ਮਹੱਤਤਾ ਆਪ ਜੀ ਨਾਲ ਸਾਂਝੀ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕੇ ਦੀਆਂ ਸਰਗਰਮੀਆਂ ਦੇ ਨਾਲ। ਮੀਰੀ ਪੀਰੀ ਦੇ ਮਾਲਕ 6ਵੀਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ੍ਰੀ ਦਰਬਾਰ ਸਾਹਿਬ ਵਿਖੇ ਕਰਫਿਊ ਦੀ ਬੰਦਸ਼ਾਂ ਦੇ ਦੌਰਾਨ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਖੇਪ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਪਵਿੱਤਰ ਜਲੌ ਸੰਗਤਾਂ ਦੇ ਦਰਸ਼ਨਾਂ ਲਈ ਸਜਾਏ ਗਏ। ਸ਼ਾਮ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਕੇਤਕ ਰੂਪ ਵਿੱਚ ਦੀਪਮਾਲਾ ਵੀ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਭਾਈ ਕੁਲਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ। ਸਮਾਗਮ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਮੁੱਖ ਸਕੱਤਰ ਡਾਕਟਰ ਰੂਪ ਸਿੰਘ ਆਦਿ ਮੌਜੂਦ ਸਨ। ਗੁਰਤਾ ਗੱਦੀ ਦਿਵਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਜਲੌ ਵੀ ਸਜਾਏ ਗਏ। ਮੀਰੀ ਪੀਰੀ ਦੇ ਮਾਲਕ 6ਵੀਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਅੱਜ ਕਰਫਿਊ ਦੀ ਬੰਦਸ਼ਾ ਦੇ ਦੌਰਾਨ ਬਹੁਤ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ। ਹਾਲਾਂਕਿ ਕਰਫਿਊ ਦੀ ਬੰਦਸ਼ਾ ਦੇ ਚੱਲਦੇ ਸੰਗਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਨਹੀਂ ਪਹੁੰਚ ਪਾ ਰਹੀ, ਪਰ ਕੁਝ ਸ਼ਰਧਾਲੂ ਜਿਨ੍ਹਾਂ ਦੇ ਘਰ ਸ੍ਰੀ ਦਰਬਾਰ ਸਾਹਿਬ ਦੇ ਚੁਗਿਰਦੇ ਦੇ ਨੇੜੇ ਨੇ ਉਹ ਜ਼ਰੂਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪਹੁੰਚ ਰਹੇ ਨੇ। ਤਾਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ, ਜਿੱਥੇ ਤੁਸੀਂ ਦੇਖ ਸਕਦੇ ਹੋ ਕੁਛ ਸੰਗਤ ਜਿਹੜੀ ਹੈ ਉਹ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਜਾਂ ਫਿਰ ਦਰਸ਼ਨੀ ਡਿਓੜੀ ਤੋਂ ਹਰਿਮੰਦਰ ਸਾਹਿਬ ਤੱਕ ਬਣੇ ਪੁਲ ਤੇ ਨਜ਼ਰ ਆ ਰਹੀ ਹੈ। ਬਹੁਤ ਪਾਵਨ ਪਵਿੱਤਰ ਦਿਹਾੜਾ ਹੈ। ਅੱਜ ਸੱਚ ਕੇ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹੋ, ਕਰਫਿਊ ਦੀ ਬੰਦਸ਼ਾ ਦੇ ਦੌਰਾਨ ਕੀ ਕਹਿਣਾ ਚਾਹੋਗੇ? ਮਨਸਾ ਇਹ ਹੈ ਕਿ ਬਹੁਤ ਹੀ ਅੱਜ ਪਵਿੱਤਰ ਦਿਹਾੜਾ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ ਹੈ। ਸੰਗਤਾਂ ਕਜਾ ਹੁਮ ਹਮਾ ਕੇ ਆਉਂਦੀਆਂ ਸੀ। ਅੱਜ ਇਹ ਬਿਮਾਰੀ ਦੇ ਕਾਰਨ ਬਹੁਤ ਹੀ ਘੱਟ ਸੰਗਤ ਆਈ ਹੈ। ਕੋਈ ਆ ਰਿਹਾ ਕਜਾ ਇੰਨਾ ਹੈ ਕਿ ਬਹੁਤ ਜ਼ਿਆਦਾ ਸੰਗਤ ਨੇ ਭਰਪੂਰ ਹੋਣਾ ਹੈ ਅੰਦਰ। ਅਤੇ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਬਿਮਾਰੀ ਤੋਂ ਨਿਜਾਤ ਦਿਵਾਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਬਹੁਤ ਵਧਾਈ ਗੁਰਤਾ ਗੱਦੀ ਦਿਵਸ ਦੀਆਂ। ਦੂਜਾ ਕਿ ਬਿਮਾਰੀ ਕਰਕੇ ਅੱਜ ਬਹੁਤ ਸੰਗਤ ਘੱਟ ਆਈ ਆ, ਅਤੇ ਮਹਾਰਾਜ ਕਿਰਪਾ ਕਰਨ ਕਿ ਇਹ ਬਿਮਾਰੀ ਠੀਕ ਹੋਵੇ ਅਤੇ ਸਾਰੀਆਂ ਸੰਗਤਾਂ ਪਹਿਲਾਂ ਵਾਂਗੂ ਆਉਣ ਅਤੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦਿਵਸ ਆ, ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਬਾਕੀ ਆਪਾਂ ਸਭ ਜਾਣਦੇ ਹਾਂ ਵੀ ਆਹ ਬਿਮਾਰੀ ਦੇ ਕਰਕੇ ਜਿਹੜਾ ਸੰਗਤਾਂ ਬਹੁਤ ਘੱਟ ਆ ਰਹੀਆਂ, ਅਤੇ ਅਸੀਂ ਵੀ ਜਿਹੜੇ ਪਹੁੰਚੇ ਆ ਬੜੀ ਮੁਸ਼ਕਿਲ ਪਹੁੰਚੇ ਹਾਂ। ਬਾਕੀ ਗੁਰੂ ਮਹਾਰਾਜ ਗੜੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਬਿਮਾਰੀ ਤੋਂ ਸਾਨੂੰ ਨਿਜਾਤ ਦਿਵਾਵੇ। ਕੀ ਮਹਿਸੂਸ ਕਰ ਰਹੇ ਹੋ ਅੱਜ ਬੜੀ ਕਰਫਿਊ ਦੇ ਵਿੱਚੋਂ ਬੰਦਸ਼ਾ ਦੇ ਵਿੱਚੋਂ ਨਿਕਲ ਕੇ ਆਏ ਹੋ? ਕਿੰਨਾ ਕੁ ਭਾਗਾ ਮਹਿਸੂਸ ਕਰ ਰਹੇ ਹੋ ਆਪਣਾ? ਬਹੁਤ ਜ਼ਿਆਦਾ ਜੀ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਅਸੀਂ ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਇਹੋ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਹਾਡੇ ਘਰ ਦੀਆਂ ਰੌਣਕਾਂ ਪਹਿਲਾਂ ਲੱਗੀਆਂ ਸਨ, ਉਸੇ ਤਰ੍ਹਾਂ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ। ਸੋ ਸਾਰੀ ਸੰਗਤ ਨੂੰ ਵੀ ਸਤਿਗੁਰੂ ਉਸੇ ਤਰ੍ਹਾਂ ਇਸ ਮਹਾਂਮਾਰੀ ਤੋਂ ਬਚਾ ਕੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਾਂਗੇ। ਕਰਫਿਊ ਦੇ ਚੱਲਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਗਿਣਤੀ ਭਾਵੇਂ ਨਾ ਮਾਤਰ ਹੈ, ਪਰ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਲਈ
ਕਣਕ ਅਤੇ ਮਾਇਆ ਭੇਜਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅਤੇ ਸੂਬੇ ਭਰ ਵਿੱਚੋਂ ਸੰਗਤਾਂ ਵੱਲੋਂ ਕਣਕ ਰਸਦਾਂ ਅਤੇ ਮਾਇਆ ਭੇਜ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਆਓ ਦੇਖਦੇ ਹਾਂ ਖਾਸ ਰਿਪੋਰਟ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਰਸਦਾਂ ਅਤੇ ਮਾਇਆ ਭੇਟ ਕਰਨ ਵਾਲੀਆਂ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਜਿੱਥੇ ਸ਼ਰਧਾਲੂਆਂ ਵੱਲੋਂ ਕਣਕ ਅਤੇ ਹੋਰ ਰਸਦਾਂ ਲੰਗਰਾਂ ਲਈ ਭੇਜੀਆਂ ਜਾ ਰਹੀਆਂ ਨੇ, ਉੱਥੇ ਹੀ ਸੰਗਤ ਵੱਲੋਂ ਮਾਇਆ ਭੇਜ ਕੇ ਵੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਅਤੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ 111 ਕੁਇੰਟਲ ਕਣਕ ਭੇਟਾ ਕੀਤੀ ਗਈ। ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਗੁਰੂ ਘਰ ਦੇ ਲੰਗਰਾਂ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਭੇਟਾਵਾਂ ਭੇਜ ਰਹੀਆਂ ਨੇ। ਉਹਨਾਂ ਦੱਸਿਆ ਕਿ JIS ਯੂਨੀਵਰਸਿਟੀ ਦੇ ਮਾਲਕ ਸਰਦਾਰ ਤਰਨਜੀਤ ਸਿੰਘ ਨਰੂਲਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ 21 ਲੱਖ ਰੁਪਏ ਦਾ ਚੈੱਕ ਲੰਗਰਾਂ ਲਈ ਭੇਜਿਆ ਗਿਆ। ਉਹਨਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਲਈ 11 ਲੱਖ ਰੁਪਏ ਭੇਟਾ ਕੀਤੇ ਨੇ। ਸਿੱਖ ਸੰਗਤਾਂ ਦੀ ਆਮਦ ਸਮੁੱਚੀ ਸੰਗਤਾਂ ਨੂੰ ਪਤਾ ਹੈ ਕਿ ਬਹੁਤ ਵੱਡੇ ਪੱਧਰ ਤੇ ਘਟੀ ਹੈ। ਲੱਖਾਂ ਦੀ ਤਾਦਾਦ ਦੇ ਸੰਗਤ ਆਉਂਦੀ ਸੀ 22 ਮਾਰਚ ਤੋਂ ਪਹਿਲਾਂ, ਇਹ ਲਾਕਡਾਊਨ ਹੋਣ ਤੋਂ ਪਹਿਲਾਂ। ਉਹ ਅੱਜ ਕੇਵਲ ਇਕਾਈਆਂ ਦਹਾਈਆਂ 'ਚ ਰਹਿ ਗਈ, ਗਿਣਤੀ 'ਚ ਰਹਿ ਗਈ ਹੈ। ਔਰ ਇਹਨਾਂ ਪਾਬੰਦੀਆਂ ਦੇ ਕਾਰਨ ਜਿਹੜੀ ਸੰਗਤ ਦੀ ਆਮਦ ਵੀ ਘਟੀ ਹੈ। ਪਰ ਜਿਹੜੇ ਖਰਚੇ ਨੇ ਉਹ ਜ਼ਰੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰੰਤਰ ਪਿਛਲੇ ਸਮੇਂ 'ਚ ਸੇਵਾ ਕਰਕੇ ਵਧੇ ਵੀ ਹੈ। ਪਰ ਸੰਗਤਾਂ ਦੇ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਸਮੇਂ ਦੇ ਵਿੱਚ। ਜਿਹੜਾ ਲੰਗਰ ਨਾਲ ਸੰਬੰਧਿਤ ਰਸਦਾਂ, ਕਣਕ, ਦਾਲਾਂ, ਚੌਲ, ਘਿਓ, ਜਿਸ ਤਰ੍ਹਾਂ ਦੀ ਵੀ ਰਸਦ ਹੈ, ਬੜੇ ਵੱਡੇ ਪੱਧਰ ਤੇ ਇਹਨਾਂ ਸਮੇਂ ਦੇ ਵਿੱਚ ਆ ਰਹੀ ਹੈ। ਅੱਗੇ ਅਸੀਂ ਬੇਨਤੀ ਕਰਦੇ ਹੁੰਦੇ ਸਾਂ, ਜਿਵੇਂ ਰੂਟੀਨ ਦਾ ਸਾਡਾ ਜਿਹੜਾ ਹੈਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਸ਼ਹੀਦਾਂ ਦਾ 100 ਬੋਰੀ ਦਾ ਅੰਦਾਜ਼ਨ ਜਿਹੜਾ ਲਾਗਤ ਹੈਗੀ ਲੰਗਰ ਵਿੱਚ ਸਾਡੀ ਆਟੇ ਦੀ, ਔਰ ਉਹਦੇ ਅੱਜ ਹੁਣ ਜਿਹੜਾ ਤਕਰੀਬਨ ਸਾਡੀ ਜਿਹੜੀ ਕਣਕ ਦੀ ਲਾਗਤ ਹੈ ਸਾਲ ਦੀ, ਉਹ ਤਕਰੀਬਨ 36-37 ਹਜ਼ਾਰ ਕੁਇੰਟਲ ਜਿਹੜੀ ਲੱਗਦੀ ਹੈ। ਪਰ ਸਤਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ ਕਿ ਸਿੱਖ ਸੰਗਤਾਂ ਦੀ ਸ਼ਰਧਾ ਆਸਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਹੋਣ ਕਰਕੇ ਬੜੇ ਵੱਡੇ ਪੱਧਰ ਤੇ ਸਿੱਖ ਸੰਗਤਾਂ ਵੱਲੋਂ ਜਿਹੜਾ ਸਹਿਯੋਗ ਕੀਤਾ ਜਾ ਰਿਹਾ, ਉਦਮ ਕੀਤਾ ਜਾ, ਉਪਰਾਲਾ ਕੀਤਾ ਜਾ ਰਿਹਾ। ਅੱਜ ਵੀ ਉਸੇ ਲੜੀ ਦੇ ਤਹਿਤ ਹੀ ਭਾਈ ਜਸਬੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਵੱਲੋਂ ਆਪਣੇ ਇਲਾਕੇ ਦੀ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ 110 ਕੁਇੰਟਲ ਜਿਹੜੀ ਹੈ ਕਣਕ ਉਹ ਉਚੇਚੇ ਤੌਰ ਤੇ ਲੈ ਕੇ ਆਏ ਆ। ਔਰ ਨਾਲ ਬਾਬਾ ਸਵਰਨਜੀਤ ਸਿੰਘ ਜਿਹੜੇ 11 ਕੁਇੰਟਲ ਉਹਨਾਂ ਵੱਲੋਂ, ਜਿਹੜੇ ਨਿਹੰਗ ਸਿੰਘ ਨੇ ਤਰਨਾ ਦਲ ਦੇ ਦੁਆਬੇ ਦੇ ਮੁਖੀ ਨੇ, ਉਹਨਾਂ ਵੱਲੋਂ 11 ਕੁਇੰਟਲ ਉਹਨਾਂ ਨੂੰ ਆਈ ਹੈ। ਸੋ ਇਹ ਸਾਰਾ ਸਿੱਖ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ। ਜਿਵੇਂ ਰਾਤ ਵੀ ਕਾਫੀ ਵੱਖ-ਵੱਖ ਹਲਕਿਆਂ ਤੋਂ ਜਿਹੜੀ ਸੰਗਤ ਹੈ, ਉਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸਾਹਿਬਾਨ ਨੇ, ਉਹਨਾਂ ਵੱਲੋਂ ਬੜਾ ਵੱਡਾ ਉਦਮ ਤੇ ਉਪਰਾਲਾ ਕੀਤਾ ਜਾ ਰਿਹਾ। ਔਰ ਕੱਲ 4-5 ਟਰਾਲੇ ਜਿਹੜੇ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹਨਾਂ ਆਪਣੇ ਇਲਾਕੇ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਵੱਡੇ ਪੱਧਰ ਤੇ ਜਿਹੜੀ ਕਣਕ ਦੀ ਸੇਵਾ ਕੀਤੀ ਗਈ ਹੈ, ਉਹਨਾਂ ਵੱਲੋਂ ਵੀ ਕਣਕ ਆਈ ਹੈ। ਇਸੇ ਤਰ੍ਹਾਂ ਜਥੇਦਾਰ ਤੋਤਾ ਸਿੰਘ ਜੀ ਹੋਰਾਂ ਨੇ ਆਪਣੇ ਇਲਾਕੇ ਦੇ 4 ਹਲਕਿਆਂ ਦੀ ਜ਼ਿੰਮੇਵਾਰੀ ਉਹਨਾਂ ਨੇ ਪਿਛਲੇ ਦਿਨਾਂ 'ਚ ਬੜੇ ਵੱਡੇ ਪੱਧਰ ਤੇ ਜਿਹੜੀ ਰਸਦਾਂ ਭੇਜੀਆਂ। ਔਰ ਇਸ ਤੋਂ ਇਲਾਵਾ ਲੰਗਰ ਦੇ ਜਿਹੜੇ ਰਸਦ ਤੋਂ ਇਲਾਵਾ ਨਗਦੀ ਤੌਰ 'ਤੇ ਵੀ ਦੇਸ਼ਾਂ ਔਰ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਜਿਹੜੀਆਂ ਵੱਡੇ ਪੱਧਰ ਤੇ ਉਹ ਜਿਹੜੀਆਂ ਸੇਵਾ ਕਰ ਰਹੀਆਂ ਨੇ। ਜਿਵੇਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਾਰਾ ਟਰਾਂਸਪੋਰਟ ਮਹਿਕਮਾ, ਉਹਨਾਂ ਸਾਰੇ ਡਰਾਈਵਰ ਸਿੰਘਾਂ ਨੇ ਆਪਣੇ ਤੌਰ ਤੇ ਇਕੱਠੇ ਹੋ ਕੇ ਆਪਣੇ ਤਨਖਾਹ ਦੇ ਵਿੱਚੋਂ 1.25 ਲੱਖ ਦੇ ਲਾਗੇ ਜਾ ਕੇ ਜਿਹੜਾ ਉਹ ਲੰਗਰ ਦੇ ਵਿੱਚ ਅੱਜ ਸੇਵਾ ਕੀਤੀ ਹੈ। ਇਸੇ ਤਰ੍ਹਾਂ ਨਗਦ ਵੀ ਆ ਰਹੀ ਹੈ। ਵੱਖ-ਵੱਖ ਤੌਰ ਤੇ ਵੀ ਸੰਗਤਾਂ ਵੱਲੋਂ ਜਿਹੜਾ ਭਾਵੇਂ ਕੋਈ 2 ਕਿੱਲੇ ਲਿਆਉਂਦਾ, 10 ਕਿੱਲੇ ਲਿਆਉਂਦਾ, ਮਣ ਲਿਆਉਂਦਾ, 2 ਮਣ ਲਿਆਉਂਦਾ, ਟਰਾਲੀ ਲਿਆਉਂਦਾ, ਟਰੱਕ ਲਿਆਉਂਦਾ, ਬੜੇ ਵੱਡੇ ਪੱਧਰ ਬੜੀ ਉਤਸ਼ਾਹ ਸ਼ਰਧਾ ਦੇ ਨਾਲ ਜਿਹੜੀਆਂ ਰਸਤਾਂ ਸੀਗੀਆਂ ਲੰਗਰ 'ਤੇ ਪਹੁੰਚ ਰਹੀਆਂ ਨੇ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕਰਕੇ ਸੰਗਤਾਂ ਦੇ ਸਹਿਯੋਗ ਨਾਲ ਰੋਡੇ ਨਗਰ ਤੋਂ ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦਾ ਜਨਮ ਨਗਰ ਹੈ, ਉਸ ਨਗਰ ਤੋਂ 111 ਕੁਇੰਟਲ ਕਣਕ ਅੱਜ ਸੰਗਤਾਂ ਦੇ ਸਹਿਯੋਗ ਨਾਲ ਲਿਆਂਦੀ ਹੈ। ਕੋਈ ਫਰੀਦਕੋਟ ਦੇ ਸਿੰਘਾਂ ਨੇ ਵੀ ਹੰਬਲਾ ਮਾਰਿਆ ਹੈ, ਜਿਹਦੇ ਵਿੱਚ ਮਾਸਟਰ ਰੂਪ ਸਿੰਘ ਜੀ, ਭਾਈ ਦਰਸ਼ਨ ਸਿੰਘ ਜੀ ਮੰਡ, ਭਾਈ ਬਲਦੇਵ ਸਿੰਘ ਨਵਾਂ ਕਿਲਾ, ਸਾਰਿਆਂ ਨੇ ਨਾਲ ਸਹਿਯੋਗ ਦਿੱਤਾ ਹੈ। ਨਾਲ ਹੀ ਬਾਬਾ ਸਵਰਨਜੀਤ ਸਿੰਘ ਜੀ ਜੋ ਤਰਨਾ ਦਲ ਦੁਆਬਾ, ਉਹਨਾਂ ਵੱਲੋਂ ਵੱਖਰੇ ਤੌਰ ਤੇ 11 ਕੁਇੰਟਲ ਕਣਕ ਵੱਖਰੇ ਤੌਰ ਤੇ 10 ਦੇ ਨਾਲ ਹੀ ਲਿਆਂਦੀ ਗਈ ਹੈ। ਇਸ 111 ਤੋਂ ਇਲਾਵਾ ਉਹ ਵੱਖਰੀ ਲੈ ਕੇ ਆਏ ਹਨ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਸ਼ੁਕਰ ਹੈ, ਜਿਨ੍ਹਾਂ ਨੇ ਇਹ ਤਿਲ ਫੁੱਲ ਭੇਟਾ ਆਪਣੇ ਚਰਨਾਂ ਵਿੱਚ ਦਾਸਾਂ ਕੋਲੋਂ ਉਪਰਾਲਾ ਕਰਕੇ ਕਰਵਾਈ ਹੈ। ਗੁਰੂ ਸਾਹਿਬ ਜੀ ਦਾ ਸ਼ੁਕਰ ਹੈ। ਹੋਰ ਵੀ ਸੰਗਤਾਂ ਬੜੀ ਵੱਡੀ ਪੱਧਰ ਤੇ ਸੇਵਾ ਵਿੱਚ ਜੁਟੀਆਂ ਹੋਈਆਂ ਹਨ, ਸੇਵਾ ਲੈ ਕੇ ਆ ਰਹੀਆਂ ਹਨ। ਬਾਕੀ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ
ਆਪਣੀ ਬਣਦੀ ਸ਼ਰਧਾ ਦੇ ਮੁਤਾਬਕ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਉਣਾ ਚਾਹੀਦਾ। ਬਹੁਤ ਵੱਡੀ ਪੱਧਰ ਤੇ ਪ੍ਰਚਾਰ ਇਹ ਹੋ ਰਿਹਾ ਹੈ ਕਿ ਅਸੀਂ ਬਿਮਾਰੀ ਨਾਲ ਲੜਨਾ ਹੈ, ਬਿਮਾਰ ਨਾਲ ਨਹੀਂ ਲੜਨਾ। ਪਰ ਬਹੁਤ ਵੱਡੀ ਪੱਧਰ ਤੇ ਜਿਹੜੇ ਮਰੀਜ਼ ਪੋਜ਼ਿਟਿਵ ਆ ਜਾਂਦੇ ਆ ਉਹਨਾਂ ਦੇ ਨਾਲ ਵੱਡੀ ਪੱਧਰ ਤੇ ਮਤਭੇਦ ਹੋ ਰਹੇ ਨੇ, ਉਹਨਾਂ ਨਾਲ ਚੰਗਾ ਸਲੂਕ ਨਹੀਂ ਹੋ ਰਿਹਾ। ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਛਿੱਕੇ ਤੇ ਟੰਗੀਆਂ ਜਾ ਰਹੀਆਂ। ਬਹੁਤ ਸਾਰੇ ਥਾਵਾਂ ਤੇ ਪ੍ਰਾਈਵੇਟ ਸੰਸਥਾਵਾਂ ਨੇ ਲੰਗਰ ਦਾ ਪ੍ਰਬੰਧ ਸਾਂਭ ਰਹੇ ਨੇ। ਜਿੱਥੋਂ ਤੱਕ ਸਰਕਾਰੀ ਤੌਰ ਤੇ ਸਰਕਾਰੀ ਤੰਤਰ ਦਾ ਕੰਮ ਹੈ, ਡਾਕਟਰ ਡਰੇ ਹੋਏ, ਨਰਸਾਂ ਡਰੀਆਂ ਹੋਈਆਂ। ਮਰੀਜ਼ ਨੂੰ ਊਂ ਇੱਕ ਕਮਰੇ ਵਿੱਚ ਧੱਕ ਦਿੱਤਾ ਜਾਂਦਾ ਵੀ ਤੈਨੂੰ ਕਰੋਨਾ ਹੋ ਗਿਆ ਹੈ, ਨਾ ਉਹਨੂੰ ਟਾਈਮ ਨਾਲ ਚਾਹ ਪਾਣੀ ਦੇਣਾ, ਨਾ ਕੋਈ ਲੰਗਰ ਦੇਣਾ। ਇਹ ਇੱਕ ਆਪਣੇ ਤਰ੍ਹਾਂ ਦਾ ਹੀ ਬਿਹੇਵ ਕੀਤਾ ਜਾ ਰਿਹਾ। ਦੂਜੇ ਪੱਖ ਜਿਹੜਾ ਕਿਹਾ ਗਿਆ ਕਿ ਹੁਣ ਇੱਕ ਯਕਦਮ ਲੋਕਡਾਊਨ ਕਰ ਦਿੱਤਾ ਗਿਆ, ਗਰੀਬ ਤਬਕਾ ਜਿਹਨੇ ਰੋਜ਼ ਰੋਜੀ ਕਮਾਉਣੀ ਹੈ, ਖਾਣੀ ਹੈ, ਉਹਨਾਂ ਵਾਸਤੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ। ਠੀਕ ਹੈ, ਮੁਹੱਲਿਆਂ ਨੇ ਆਪਣੇ ਤੌਰ ਤੇ ਜੋ ਕਰ ਦਿੱਤਾ, ਪਰ ਸਰਕਾਰੀ ਤੌਰ ਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਤੇ ਹੁਣ ਵੇਲੇ ਇੱਕ ਛੋਟੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹੰਦ ਫਤਿਹ ਦਿਵਸ ਨੂੰ ਸਰਪੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਸੰਖੇਪ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਆਈਆਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਗਿਆ। ਸਮਾਗਮ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸਰਹੰਦ ਫਤਿਹ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦਸਾਂ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਲਤਨਤ ਦਾ ਖਾਤਮਾ ਕਰਕੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਉਹਨਾਂ ਸਰਹੰਦ ਫਤਿਹ ਦਿਵਸ ਦੀ ਸਮੁੱਚੇ ਸਿੱਖ ਜਗਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੀ ਸੰਗਤ ਸਮੇਤ ਸਮੁੱਚੇ ਸਿੱਖ ਜਗਤ ਨੂੰ ਸਰਹੰਦ ਫਤਿਹ ਦਿਵਸ ਰਲ ਮਿਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਸ ਪੁਰਬ ਦੀਆਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ। ਅੱਜ ਦੇ ਦਿਨ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਉਹ ਚਲਾਇਆ ਸੀ ਔਰ ਸਿੱਖ ਰਾਜ ਜਿਹੜਾ ਸਥਾਪਿਤ ਕਰਨ ਵਾਸਤੇ ਇਹਦੀ ਨਿਉ ਰੱਖੀ ਸੀ ਔਰ ਸਿੱਖ ਰਾਜ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਥਾਪਿਤ ਕੀਤਾ ਗਿਆ ਔਰ ਉਸ ਰਾਜ ਨੂੰ ਗੁਰੂ ਦੀ ਬਖਸ਼ਿਸ਼ ਕਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਨਿਮਾਣੇਪਣ ਦਾ ਸਬੂਤ ਵੀ ਜਿਹੜਾ ਹੈ ਉਹ ਦਿੱਤਾ। ਇਹ ਬੜਾ ਵੱਡਾ ਪੁਰਬ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਮੁੱਚੇ ਵਿਸ਼ਵ ਦੇ ਵਿੱਚ ਹੀ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਇਸ ਪੁਰਬ ਨੂੰ ਮਨਾਉਣ ਵਾਸਤੇ ਜਿਹੜਾ ਹੈ ਉਹ ਯਤਨ ਕਰਨੇ ਚਾਹੀਦੇ ਨੇ ਔਰ ਖਾਸ ਤੌਰ ਦੇ ਉੱਤੇ ਇਹੋ ਜਿਹੇ ਪੁਰਬਾਂ ਦੇ ਰਾਹੀਂ ਇਹੋ ਜਿਹੇ ਪੁਰਬਾਂ ਮੌਕੇ ਹੋਣ ਵਾਲੇ ਸਮਾਗਮਾਂ ਦੇ ਰਾਹੀਂ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਦੇ ਵਿੱਚ ਧਾਰਮਿਕ ਚੇਤਨਾ ਦੇ ਨਾਲ ਨਾਲ ਰਾਜਸੀ ਚੇਤਨਾ ਜਿਹੜੀ ਹੈ ਉਹ ਭਰੀ ਜਾਣੀ ਸਮੇਂ ਦੀ ਵੱਡੀ ਲੋੜ ਹੈ। ਇਸ ਕਰਕੇ ਮੈਂ ਇੱਕ ਵਾਰੀ ਫੇਰ ਇਸ ਪੁਰਬ ਦੀਆਂ ਬਹੁਤ ਵਧਾਈਆਂ ਦਿੰਦਾ। ਅਕਾਲ ਤਖਤ ਸਾਹਿਬ ਦੀ ਕ੍ਰੈਡੀਬਿਲਿਟੀ ਨੂੰ ਢਾਹ ਲਾਉਣ ਦਾ ਯਤਨ ਕਰਦੇ ਆ। ਸਿੱਖ ਸੰਸਥਾਵਾਂ ਦੀ ਜਿਹੜੀ ਭਰੋਸੇਯੋਗਤਾ ਹੈ ਉਹਨੂੰ ਵੀ ਜਿਹੜਾ ਹੈ ਖਤਮ ਕਰਨ ਦਾ ਯਤਨ ਕਰਦੇ ਆ ਔਰ ਐਸੇ ਲੋਕਾਂ ਨੂੰ ਜਿਹੜਾ ਸਮਝਣਾ ਚਾਹੀਦਾ, ਸੋਚਣਾ ਚਾਹੀਦਾ ਔਰ ਸਿੱਖ ਸ਼ਕਤੀ ਜਿਹੜੀ ਹੈ ਇਹ ਖਤਮ ਨਾ ਹੋਵੇ ਇਹਦੇ ਲਈ ਯਤਨ ਕਰਨੇ ਚਾਹੀਦੇ। ਇਸ ਮੌਕੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਈਆਂ ਸੰਗਤਾਂ ਨੂੰ ਜਿੱਥੇ ਸਰਹੰਦ ਫਤਿਹ ਦਿਵਸ ਦੀ ਮੁਬਾਰਕਬਾਦ ਦਿੱਤੀ, ਉੱਥੇ ਸ਼ਰਧਾ ਸਤਿਕਾਰ ਤੇ ਕਰੋਨਾ ਵਾਇਰਸ ਨੂੰ ਲੈ ਕੇ ਬਹੁਤ ਇਕੱਠ ਨਾ ਕਰਨ ਦੇ ਬਦਲੇ ਧੰਨਵਾਦ ਵੀ ਕੀਤਾ। ਕਰੋਨਾ ਦੀ ਮਹਾਮਾਰੀ ਨਾਲ ਸੰਸਾਰ ਜੂਝ ਰਿਹਾ, ਸਾਡਾ ਪੰਜਾਬ ਵੀ ਜੂਝ ਰਿਹਾ। ਉੱਥੇ ਸਰਹੰਦ ਫਤਿਹ ਦਿਵਸ ਦੇ ਜਿਹੜੇ ਕਿ ਬਹੁਤ ਲੰਮੇ ਚੌੜੇ ਸਾਡੇ ਪ੍ਰੋਗਰਾਮ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਉਹ ਥੋੜ੍ਹੇ ਸੀਮਿਤ ਕੀਤੇ ਗਏ ਆ ਔਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਜਾਪ ਕਰਾ ਕੇ ਅੱਜ ਭੋਗ ਪਾਏ ਗਏ ਆ। ਪੰਥਕ ਰਵਾਇਤਾਂ ਮੁਤਾਬਕ ਇਹ ਸੀਮਿਤ ਜਿਹਾ ਪ੍ਰੋਗਰਾਮ ਰੱਖਿਆ ਗਿਆ ਸੀਗਾ। ਮੈਂ ਇਹਦੇ 'ਤੇ ਅੱਜ ਸੰਸਾਰ ਭਰ ਦੇ ਵਸਦੇ ਸਿੱਖਾਂ ਨੂੰ ਗੁਰੂ ਨਾਨਕ ਨਾਮ ਲੇਵਾ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਦੇ ਸਰਹੰਦ ਫਤਿਹ ਦਿਵਸ ਦੀਆਂ ਲੱਖ ਮੁਬਾਰਕਾਂ ਦਿੰਦਾ, ਕਿਉਂਕਿ ਪਹਿਲਾ ਬਾਦਸ਼ਾਹ ਸਿੱਖ ਕੌਮ ਦਾ ਜਿਹਨੇ ਪੂਰੀ ਮਾਨਵਤਾ ਦੇ ਵਾਸਤੇ ਵੱਡਾ ਸੰਘਰਸ਼ ਕੀਤਾ ਔਰ ਜ਼ੁਲਮ ਜ਼ਬਰ ਦੇ ਖਿਲਾਫ ਆਪਣੀ
ਜਿਹੜਾ ਸੰਘਰਸ਼ ਕੀਤਾ ਔਰ ਉਹਨਾਂ ਦਾ ਇਹ ਦਿਨ ਆ। ਔਰ ਅੱਜ ਦੇ ਦਿਨ ਇਹਨਾਂ ਨੇ ਸਰਹੰਦ ਦੇ ਉੱਤੇ ਜਿਹੜੇ ਵਜ਼ੀਰ ਖਾਨ ਨੂੰ ਮਾਰ ਕੇ ਜਿਹੜਾ ਇਹ ਸਿੱਖ ਰਾਜ ਦਾ ਜਿਹੜਾ ਸੀ ਝੰਡਾ ਪਰਚਮ ਸਰਹੰਦ ਤੇ ਬੁਲੰਦ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਕਰੋਨਾ ਪੀੜਤ ਸ਼ਰਧਾਲੂਆਂ ਵਿੱਚੋਂ 51 ਮਰੀਜ਼ਾਂ ਦੇ ਠੀਕ ਹੋਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਪੂਰੇ ਸਨਮਾਨ ਸਹਿਤ ਘਰਾਂ ਨੂੰ ਭੇਜਿਆ ਗਿਆ। ਆਓ ਦੇਖਦੇ ਹਾਂ ਖਾਸ ਰਿਪੋਰਟ। ਕੋਰੋਨਾ ਵਾਇਰਸ ਮਹਾਮਾਰੀ ਦੇ ਨਾਲ ਜਿੱਥੇ ਪੂਰੀ ਦੁਨੀਆ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਇੱਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਚੰਗੀ ਖਬਰ ਆਈ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ 71 ਕੋਰੋਨਾ ਪੀੜਤ ਸ਼ਰਧਾਲੂਆਂ ਦਾ ਇਲਾਜ ਕੀਤਾ ਜਾ ਰਿਹਾ ਸੀ। ਬੀਤੇ ਦਿਨੀ 51 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਘਰਾਂ ਦੇ ਲਈ ਰਵਾਨਾ ਕਰ ਦਿੱਤਾ ਗਿਆ। ਹਾਲਾਂਕਿ 13 ਹੋਰ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਕੰਫਰਮੇਸ਼ਨ ਲਈ ਦੁਬਾਰਾ ਸੈਂਪਲ ਭੇਜੇ ਗਏ ਨੇ, ਜਿਸ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਘਰ ਭੇਜ ਦਿੱਤਾ ਜਾਵੇਗਾ। 7 ਮਰੀਜ਼ਾਂ ਦਾ ਹੋਰ ਵੀ ਇਸ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਮਰੀਜ਼ਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਘਰਾਂ ਨੂੰ ਸਨਮਾਨ ਸਹਿਤ ਰਵਾਨਾ ਕੀਤਾ ਗਿਆ, ਜਿਨ੍ਹਾਂ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਿੱਤਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਮਰੀਜ਼ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰਾਂ ਦੀ ਮਿਹਨਤ ਦਾ ਵੀ ਧੰਨਵਾਦ ਕਰ ਰਹੇ ਸਨ ਅਤੇ ਜਾਣ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੁਕਰਾਨਾ ਵੀ ਕਰ ਰਹੇ ਸਨ। ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਦੇ ਵੱਲੋਂ ਬਹੁਤ ਮਿਹਨਤ ਕੀਤੀ ਗਈ, ਇਹਨਾਂ ਦਾ ਸਾਥ ਦਿੱਤਾ ਗਿਆ ਅਤੇ ਡਾਕਟਰਾਂ ਦੀ ਮਿਹਨਤ ਰੰਗ ਲਿਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰਾਂ ਦਾ ਵੀ ਵਿਸ਼ੇਸ਼ ਤੌਰ ਤੇ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਤੁਹਾਡੀ ਟੀਮ ਨੂੰ ਸਭ ਤੋਂ ਪਹਿਲਾਂ ਮੁਬਾਰਕ ਦਿੰਦੇ ਹਾਂ ਜੀ। ਇਹ ਬੱਚਾ 9 ਮਹੀਨੇ ਦਾ ਬੱਚਾ ਹੈ ਜੀ। ਦੇਖੋ ਜਿਹੜਾ ਕਰੋਨਾ ਪੋਜ਼ਿਟਿਵ ਸੀ ਤੇ ਇਹਦੇ ਵੀ ਪਹਿਲੇ ਦਿਨ ਤੋਂ ਵੀ ਇਹਨੂੰ ਕੋਈ ਸਿੰਪਟਮ ਨਹੀਂ ਸੀ ਤੇ ਅੱਜ ਵੀ ਇਹ ਪੂਰਾ ਤੰਦਰੁਸਤ ਬੱਚਾ ਜਾ ਰਿਹਾ। ਅਸੀਂ ਸਭ ਤੋਂ ਵੱਡੀ ਚੀਜ਼ ਹੈ ਇਹਨਾਂ ਦੀ ਡਾਈਟ ਦਾ ਬੜਾ ਅੱਛਾ ਪਲਾਨ ਰੱਖਿਆ ਕਿ ਡਾਈਟੀਸ਼ੀਅਨ ਤੋਂ ਇਹਨਾਂ ਦਾ ਡਾਈਟ ਚਾਰਟ ਬਣਵਾ ਕੇ ਇਹਨਾਂ ਦੀ ਡਾਈਟ ਦਾ ਪਲਾਨ ਕੀਤਾ ਗਿਆ ਕਿ ਜਿਸ ਨਾਲ ਇਹ ਜਲਦੀ ਤੋਂ ਜਲਦੀ ਇਹ ਤੰਦਰੁਸਤ ਹੋ ਸਕਣ ਤੇ ਨੈਗੇਟਿਵ ਹੋ ਜਾਣ। ਸਾਡੇ ਕੋਲ ਟੋਟਲ ਇਸ ਵੇਲੇ ਅੰਦਰ 19 ਪੇਸ਼ੈਂਟ ਨੇ ਤੇ ਜਿਨ੍ਹਾਂ ਚੋਂ 7 ਜਿਹੜੇ ਨੇ ਪੋਜ਼ਿਟਿਵ ਨੇ, ਬਾਕੀਆਂ ਦਾ ਟੈਸਟ ਅੰਡਰ ਪ੍ਰੋਸੈਸ ਹੈਗਾ। ਉਹਨਾਂ ਦੇ 2 ਘੰਟਿਆਂ ਤੱਕ ਉਹਨਾਂ ਦਾ ਵੀ ਪਤਾ ਲੱਗ ਜਾਏਗਾ ਤੇ ਜੇ ਉਹਨਾਂ ਦੇ ਵੀ ਰਿਜ਼ਲਟ ਨੈਗੇਟਿਵ ਆਉਂਦਾ ਅਸੀਂ ਉਹਨਾਂ ਨੂੰ ਵੀ ਭੇਜ ਦਿਆਂਗੇ। ਦੇਖੋ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਆ, ਜਿਹੜੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸ਼ਰਧਾ ਸਤਿਕਾਰ ਭੇਟ ਕਰਨ ਗਏ ਸੀ ਯਾਤਰੂ, ਉਹਨਾਂ ਨੂੰ ਕਰੋਨਾ ਦੇ ਨਾਂ ਥੱਲੇ ਇੱਥੇ ਐਡਮਿਟ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਸਿਹਤ ਦਾ ਪ੍ਰਬੰਧ ਕੀਤਾ ਸੀ। ਅੱਜ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਮਾਣ ਦੀ ਗੱਲ ਹੈ ਕਿ ਗੁਰੂ ਰਾਮਦਾਸ ਹਸਪਤਾਲ ਚੋਂ 51 ਜਿਹੜੇ ਕਰੋਨਾ ਪੇਸ਼ੈਂਟ ਸ਼ਰਧਾਲੂ ਸੀ ਉਹ ਸਤਿਗੁਰੂ ਦੀ ਕਿਰਪਾ ਸਦਕਾ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ। ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰਨ, ਇਹ ਖੁਸ਼ੀਆਂ ਖੇੜਿਆਂ ਦੇ ਨਾਲ ਆਪਣੇ ਘਰਾਂ ਜਾ ਕੇ ਆਪਣਾ ਜੀਵਨ ਬਸਰ ਕਰਨ। ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਅੱਜ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚੋਂ ਜਿਹੜੇ 5 ਤਰੀਕ ਨੂੰ ਸਾਡੇ ਤੋਂ ਲਗਾਤਾਰ ਇੱਥੇ ਆਈਸੋਲੇਸ਼ਨ ਵਾਰਡ 'ਚ ਰਹੇ ਆ ਪੇਸ਼ੈਂਟ, ਜਿਹਨਾਂ ਪੋਜ਼ਿਟਿਵ ਕਰਾਰ ਦੇ ਦਿੱਤਾ ਗਿਆ ਸੀ, ਉਹਨਾਂ 'ਚੋਂ ਵੱਡੀ ਗਿਣਤੀ 'ਚ ਅੰਮ੍ਰਿਤਸਰ ਜ਼ਿਲ੍ਹੇ ਦੇ ਮੇਰੇ ਖਿਆਲ ਸਭ ਤੋਂ ਵੱਡੀ ਗਿਣਤੀ 'ਚ ਪਹਿਲਾ ਦਿਨ ਹੈ ਕਿ 51 ਜਿਹੜੇ ਪੇਸ਼ੈਂਟ ਨੇ ਜਿਹਨਾਂ ਪੇਸ਼ੈਂਟ ਕਹਿ ਦਿੱਤਾ ਗਿਆ ਸੀ, ਜਿਹੜੇ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਆਏ ਸੀ ਔਰ ਬੜੇ ਲੰਮੇ ਚੱਕਰ ਵੀ ਲੰਘ ਕੇ ਅੱਜ ਆਪਣੇ ਪਰਿਵਾਰਾਂ ਵਿੱਚ ਜਾ ਰਹੇ ਆ। ਮੈਂ ਬਹੁਤ ਖੁਸ਼ ਹਾਂ ਕਿ ਆਪਣੇ ਬੱਚਿਆਂ 'ਚ ਵਾਪਸ ਜਾ ਰਹੇ ਹਾਂ। ਬਾਕੀ ਇਹਨਾਂ ਦਾ ਬਹੁਤ ਥੈਂਕਸ ਕਰਨਾ ਚਾਹਾਂਗੇ। ਬਹੁਤ ਵਧੀਆ ਟ੍ਰੀਟਮੈਂਟ ਕੀਤਾ, ਬਹੁਤ ਵਧੀਆ ਡੀਲ ਕੀਤਾ ਹੈ। ਇਹਨਾਂ ਨੇ ਸਾਨੂੰ ਆਪਣਾਪਨ ਦਿੱਤਾ ਕਿ ਅਸੀਂ ਘਰ ਵੀ ਭੁੱਲ ਗਏ ਤੇ ਬਹੁਤ ਵਧੀਆ ਲੱਗ ਰਿਹਾ, ਠੀਕ ਹੋ ਕੇ ਜਾ ਰਹੇ। ਸਰ ਸਵੇਰੇ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਉਹਨਾਂ ਨੇ ਸਾਡਾ ਦੱਸਿਆ ਕਿ ਤੁਹਾਡੀ ਨੈਗੇਟਿਵ ਪੋਸਟ ਆ ਗਈ ਆ ਰਿਪੋਰਟ। ਸਾਨੂੰ ਬਹੁਤ ਖੁਸ਼ੀ ਹੈ। ਅਸੀਂ ਹੁਣ ਘਰ ਜਾ ਰਹੇ ਹਾਂ, 2-3 ਮਹੀਨੇ ਹੋ ਗਏ ਘਰੋਂ ਨਿਕਲਿਆ ਨੂੰ, ਤੇ ਸਾਡਾ ਇਹਨਾਂ ਨੇ ਟ੍ਰੀਟਮੈਂਟ ਬਹੁਤ ਪ੍ਰੋਪਰ ਤਰੀਕੇ ਨਾਲ ਕੀਤਾ। ਸਾਨੂੰ ਕਿਸੇ ਕਿਸਮ ਦੀ ਵੀ ਨਹੀਂ ਕੋਈ ਪ੍ਰੋਬਲਮ ਆਈ। ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਵੱਲਾ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰੈਵਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਦੇ ਮੈਂਬਰਾਂ ਵੱਲੋਂ ਉਤਸ਼ਾਹਪੂਰਵਕ ਹਿੱਸਾ ਲੈਂਦਿਆਂ ਖੂਨਦਾਨ ਕੀਤਾ ਗਿਆ। ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਸ਼੍ਰੀ ਅੰਮ੍ਰਿਤਸਰ ਵਿਖੇ ਮਿਤੀ 9 ਮਈ ਨੂੰ ਰੈਵਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਦੇ ਮੈਂਬਰਾਂ ਵੱਲੋਂ ਵਿਸ਼ਵ ਥੈਲਾਸੀਮੀਆ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਰਦਾਰ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਮੁਕੇਸ਼ ਸ਼ਰਮਾ DRO ਇਸ ਮੌਕੇ ਖਾਸ ਤੌਰ ਤੇ ਹਾਜ਼ਰ ਹੋਏ। ਸਮਾਗਮ ਦਾ ਆਯੋਜਨ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਸ਼੍ਰੀ ਅੰਮ੍ਰਿਤਸਰ ਦੇ ਡੀਨ ਡਾਕਟਰ AP ਸਿੰਘ ਦੇ ਸਹਿਯੋਗ ਨਾਲ ਕੀਤਾ ਗਿਆ। ਖੂਨਦਾਨ ਕੈਂਪ ਦੌਰਾਨ ਰੈਵਨਿਊ
ਪਟਵਾਰ ਯੂਨੀਅਨ ਦੇ ਮੈਂਬਰ ਸਰਦਾਰ ਸੁਰਿੰਦਰਪਾਲ ਸਿੰਘ ਭਗਤ, ਪ੍ਰਧਾਨ ਤਹਿਸੀਲ ਅੰਮ੍ਰਿਤਸਰ ਸਰਦਾਰ ਕਾਰ ਸਿੰਘ, ਸਕੱਤਰ ਅਜਨਾਲਾ ਸਰਦਾਰ ਮਨਜੀਤ ਸਿੰਘ, ਜਨਰਲ ਸਕੱਤਰ ਸਰਦਾਰ ਰਸਪਾਲ ਸਿੰਘ, ਤਹਿਸੀਲ ਪ੍ਰਧਾਨ ਬਾਬਾ ਬਕਾਲਾ ਸਾਹਿਬ, ਸਰਦਾਰ ਰਾਜੀਵ ਸਿੰਘ ਪ੍ਰਧਾਨ ਮਜੀਠਾ ਤਹਿਸੀਲ ਵੱਲੋਂ 5 ਡੋਨਰ ਖੂਨਦਾਨ ਕੈਂਪ ਵਿੱਚ ਲਿਆਂਦੇ ਗਏ ਤਾਂ ਜੋ ਕੋਰੋਨਾ ਵਾਇਰਸ ਦੀ ਆਫਤ ਦੇ ਚੱਲਦਿਆਂ ਹਸਪਤਾਲ ਵਿੱਚ ਆਈ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਕੈਂਪ ਦੌਰਾਨ 25 ਯੂਨਿਟ ਖੂਨ ਇਕੱਤਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਰੈਵਨਿਊ ਪਟਵਾਰ ਯੂਨੀਅਨ ਅਗਾਂਹ ਵੀ ਇਦਾਂ ਹੀ ਖੂਨਦਾਨ ਕੈਂਪ ਆਯੋਜਿਤ ਕਰਦੀ ਰਹੇਗੀ। ਉਹਨਾਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਜਿੱਥੇ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਹੀ ਘਰ ਦੇ ਜੀ ਹੱਥ ਲਾਉਣ ਤੋਂ ਡਰਦੇ ਨੇ, ਉੱਥੇ ਪਟਵਾਰੀ ਜ਼ੀਰੋ ਗਰਾਊਂਡ ਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਹਨਾਂ ਮ੍ਰਿਤਕ ਦੇਹਾਂ ਦਾ ਸੰਸਕਾਰ ਵੀ ਖੁਦ ਕਰ ਰਹੇ ਨੇ। ਸਰਦਾਰ ਸ਼ਿਵਦਲਾਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਅਤੇ ਸ਼੍ਰੀ ਮੁਕੇਸ਼ ਸ਼ਰਮਾ DRO ਨੇ ਪਟਵਾਰ ਯੂਨੀਅਨ ਦੀ ਇਸ ਆਫਤ ਦੀ ਘੜੀ ਦੌਰਾਨ ਕੀਤੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ। ਸ੍ਰੀ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਬਲੱਡ ਬੈਂਕ ਦੇ ਵਿੱਚ ਖੜੇ ਹੈਗੇ ਆ ਔਰ ਸਾਡਾ ਜਿਹੜਾ ਰੈਵਨਿਊ ਸਟਾਫ ਹੈਗਾ, ਸਾਡੇ ਪਟਵਾਰੀ ਸਾਹਿਬਾਨ, ਉਹ ਅਦਰਵਾਈਜ਼ ਵੀ ਕੋਵਿਡ ਦੀ ਜਿਹੜੀ ਜੰਗ ਚੱਲ ਰਹੀ ਹੈਗੀ ਆ ਉਹਦੇ ਫੋਰਫਰੰਟ ਦੇ ਵਿੱਚ ਹੈਗੇ ਆ। ਦੇ ਆਰ ਅਮੰਗ ਦਾ ਫਰੰਟ ਲਾਈਨ ਵਾਰੀਅਰਸ। ਔਰ ਮੈਂ ਤਾਂ ਇੱਥੇ ਤੱਕ ਦੱਸਦਾ ਕਿ ਜਦੋਂ ਜੀ ਕੋਈ ਇੱਥੇ ਪੇਸ਼ੈਂਟ ਕੋਵਿਡ ਵਿਕਟਮ ਐਕਸਪਾਇਰ ਹੋ ਗਏ ਸੀਗੇ ਅਤੇ ਉਹਨਾਂ ਦੀ ਬੋਡੀ ਉਹਨਾਂ ਦੇ ਘਰ ਵਾਲੇ ਨਹੀਂ ਸੀ ਜਾ ਕੇ ਕ੍ਰਿਮੇਸ਼ਨ ਕਰਨ ਨੂੰ ਤਿਆਰ, ਉਦੋਂ ਸਾਡੇ ਇਹਨਾਂ ਪਟਵਾਰੀ ਸਾਹਿਬਾਨ ਇਹਨਾਂ ਨੇ ਕੰਮ ਕੀਤਾ ਹੈਗਾ। ਸੋ ਬਿਲਕੁਲ ਜਿਹੜੇ ਅਸਲੀ ਫਰੰਟ ਲਾਈਨ 'ਤੇ ਹੈਗੇ ਜੀ। ਤੋ ਅੱਜ ਇਹਨਾਂ ਦਾ ਇੱਕ ਬੜਾ ਵਧੀਆ ਉਪਰਾਲਾ ਸੀਗਾ ਕਿ ਅਸੀਂ ਆਪਣਾ ਖੂਨਦਾਨ ਵੀ ਕਰਨਾ ਹੈਗਾ ਔਰ ਇਹਨਾਂ ਨੇ ਹਸਪੀਟਲ ਅਥਾਰਟੀਜ਼ ਨਾਲ ਚੈੱਕਅਪ ਕੀਤਾ। ਡਾਕਟਰ ਸਾਹਿਬਾਨ ਨੇ ਦੱਸਿਆ ਕਿ ਸਾਨੂੰ ਤਕਰੀਬਨ ਇੰਨੀ ਲੋੜ ਹੈਗੀ ਹੈ ਯੂਨਿਟਸ ਦੀ, ਅਤੇ ਉਨੇ ਯੂਨਿਟਸ ਦੇਣ ਵਾਸਤੇ ਅੱਜ ਆਏ ਹੈਗੇ ਆ। ਔਰ ਹਸਪੀਟਲ ਵਾਸਤੇ ਵੀ ਬਹੁਤ ਅੱਛਾ ਜੀ, ਪੇਸ਼ੈਂਟਸ ਲਈ ਵੀ ਬਹੁਤ ਅੱਛਾ ਹੈ ਔਰ ਜਿਹੜੇ ਬਲੱਡ ਦੇ ਰਹੇ ਆ ਉਹਨਾਂ ਦੀ ਮੈਂ ਬਹੁਤ ਧੰਨਵਾਦੀ ਵੀ ਹਾਂ ਉਹਨਾਂ ਦਾ ਔਰ ਸ਼ਾਬਾਸ਼ ਵੀ ਦਿੰਦਾ। ਔਰ ਇਹ ਇੱਕ ਬੜੀ ਅੱਛੀ ਨੋਬਲ ਕਾਜ਼ ਹੈਗੀ ਹੈ ਜਿਹਦੇ ਵਿੱਚ ਕਿ ਸਾਨੂੰ ਸਾਰਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਹੈਗਾ ਜੀ। ਮੈਂ ਖੁਦ ਬਲੱਡ ਡੋਨਰ ਹਾਂ ਜੀ, ਮੈਂ 37 ਵਾਰੀ ਦੇ ਚੁੱਕਿਆ ਜੀ। ਸੋ ਮਤਲਬ ਮੈਂ ਇਹੀ ਹਰੇਕ ਨੂੰ ਅਪੀਲ ਕਰਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿੰਨੇ ਵੀ ਹੈਲਦੀ ਬੰਦੇ ਹੈਗੇ ਆ ਸਾਰਿਆਂ ਨੂੰ ਬਲੱਡ ਡੋਨੇਟ ਵਕਤਨ ਪਰ ਵਕਤਨ ਕਰਨਾ ਚਾਹੀਦਾ ਜੀ। ਬਲੱਡ ਬੈਂਕ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ, ਜਿਹਦੇ ਵਿੱਚ ਜਦੋਂ ਦਾ ਲੋਕਡਾਊਨ ਸ਼ੁਰੂ ਹੋਇਆ ਉਸ ਤੋਂ ਬਾਅਦ ਸਾਨੂੰ ਦਿੱਕਤ ਆ ਰਹੀ ਸੀ ਬਲੱਡ ਬੈਂਕ ਦੇ ਵਿੱਚ ਨਵੇਂ ਡੋਨਰਸ ਦੀ, ਜਿਹੜੇ ਕਿ ਆ ਨਹੀਂ ਸੀ ਰਹੇ ਬਲੱਡ ਡੋਨੇਟ ਕਰਨ ਵਾਸਤੇ ਔਰ ਸਾਨੂੰ ਮਰੀਜ਼ਾਂ ਦਾ ਇਲਾਜ ਕਰਨ ਦੇ ਵਿੱਚ ਇਹਦੀ ਦਿੱਕਤ ਆ ਰਹੀ ਸੀ। ਸੋ ਅਸੀਂ ਰਿਕੁਐਸਟ ਕੀਤਾ ਸੀ ਪਟਵਾਰ ਯੂਨੀਅਨ ਵਾਲਿਆਂ ਨੂੰ ਕਿ ਤੁਸੀਂ ਆਪਣੇ ਡੋਨਰ ਲੈ ਕੇ ਆਓ ਅਤੇ ਸਾਡਾ ਇੱਥੇ ਜਿਹੜੇ ਬਲੱਡ ਬੈਂਕ 'ਚ ਸਾਨੂੰ ਬਲੱਡ ਦੀ ਲੋੜ ਹੈ। ਸੋ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਦਿਆਂ ਹੋਇਆਂ 25 ਡੋਨਰਸ ਅਸੀਂ ਪਰ ਡੇ ਦੇ ਹਿਸਾਬ ਨਾਲ ਉਹਨਾਂ ਦਾ ਅਸੀਂ ਬਲੱਡ ਡੋਨੇਸ਼ਨ ਵਾਸਤੇ ਇੱਥੇ ਆਏ ਨੇ ਸਾਡੇ ਕੋਲ ਡੋਨਰਸ। ਤੋ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਪਟਵਾਰ ਯੂਨੀਅਨ ਵਾਲਿਆਂ ਦਾ। ਔਰ ਜਿਹੜੇ ਬੰਦੇ ਸਾਡੇ ਕੋਲ ਡੋਨਰਸ ਇਸ ਮਾਹੌਲ ਦੇ ਵਿੱਚ ਬਲੱਡ ਡੋਨੇਟ ਕਰਨ ਆਏ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਔਰ ਵੈਰੀ ਥੈਂਕਫੁਲ ਟੂ ਆਲ ਆਫ ਦੈਮ। ਪਟਵਾਰ ਯੂਨੀਅਨ ਨੇ ਆਪਣੇ ਇੱਥੇ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਸੀ ਕਿਉਂਕਿ ਆਪਣੇ ਜਦੋਂ ਦਾ ਕਰੋਨਾ ਮਹਾਮਾਰੀ ਫੈਲੀ ਆ ਸਾਰੇ ਹਸਪੀਟਲ ਦੇ ਵਿੱਚ ਬਲੱਡ ਦੀ ਬੜੀ ਘਾਟ ਹੋ ਗਈ ਸੀ ਅਤੇ ਲੋਕ ਬਲੱਡ ਡੋਨੇਟ ਕਰਨ ਤੋਂ ਬਹੁਤ ਡਰਦੇ ਆ। ਅੱਜ ਦਾ ਜਿਹੜਾ ਸਾਡੀ ਪਟਵਾਰ ਯੂਨੀਅਨ ਅੰਮ੍ਰਿਤਸਰ ਦਾ ਉਪਰਾਲਾ ਹੈਗਾ ਬਹੁਤ ਸ਼ਲਾਘਾਯੋਗ ਆ ਅਤੇ ਮੈਂ ਇੱਥੇ ਦੇ ਡਾਕਟਰ ਸਾਹਿਬਾਨ ਦਾ ਅਤੇ ਇੱਥੇ ਦੀ ਮੈਨੇਜਮੈਂਟ ਕਮੇਟੀ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇਸ ਉਪਰਾਲੇ ਦੇ ਵਿੱਚ ਆਪਣਾ ਬਹੁਤ ਅਹਿਮ ਯੋਗਦਾਨ ਪਾਇਆ ਹੈਗਾ। ਇਹਦੇ ਨਾਲ ਬਹੁਤ ਹੀ ਬਲੱਡ ਡੋਨੇਸ਼ਨ ਦੇ ਨਾਲ ਬਹੁਤ ਹੀ ਮਨੁੱਖੀ ਜਾਨਾਂ ਨੂੰ ਅਸੀਂ ਬਚਾ ਸਕਦੇ ਹਾਂ। ਕਰਫਿਊ ਦੀ ਬੰਦਸ਼ਾਂ ਦੇ ਕਾਰਨ ਭਾਵੇਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਪਾ ਰਹੀਆਂ, ਪਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਕੁਦਰਤ ਸੁੰਦਰਤਾ ਦੇ ਰੰਗ ਬਿਖੇਰ ਰਹੀ ਹੈ। ਅਜਿਹਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਇਤਿਹਾਸਿਕ ਗੁਰੂ ਕੇ ਬਾਗ 'ਚ, ਜਿਸ ਦਾ ਦੌਰਾ ਕਰਨ ਲਈ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ। ਆਓ ਦੇਖਦੇ ਹਾਂ ਖਾਸ ਰਿਪੋਰਟ। ਕੋਰੋਨਾ ਦੀ ਦਹਿਸ਼ਤ ਦੌਰਾਨ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਕੁਦਰਤ ਆਪਣੀ ਸੁੰਦਰਤਾ ਦੇ ਰੰਗ ਬਿਖੇਰ ਰਹੀ ਹੈ। ਅਜਿਹੇ ਸਮੇਂ ਵਿੱਚ ਜਦੋਂ ਸੰਗਤਾਂ ਕਰਫਿਊ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਆ ਸਕਦੀਆਂ, ਉਸ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰੂ ਕੇ ਬਾਗ ਵਿੱਚ ਕੁਦਰਤ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸੈਂਕੜੇ ਕਿਸਮ ਦੇ ਰੰਗ ਬਰੰਗੇ ਫੁੱਲ ਖੁਸ਼ਬੋਈ ਬਿਖੇਰ ਰਹੇ ਨੇ। ਗੁਰੂ ਕੇ ਬਾਗ ਦਾ ਦੌਰਾ ਕਰਨ ਲਈ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਸ ਪ੍ਰਗਟਾਈ। ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇਹ ਬਾਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਹਸਤ ਕਮਲਾਂ ਦੇ ਨਾਲ ਲਾਇਆ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ। ਇਹਦੇ ਵਿੱਚ 486 ਕਿਸਮ ਦੇ ਅਲੱਗ-ਅਲੱਗ ਵੰਨਗੀਆਂ ਦੇ ਅਲੱਗ-ਅਲੱਗ ਰੰਗਾਂ ਦੇ ਗੁਲਾਬ ਜਿਹੜੇ ਹੈ ਉਹ ਇੱਥੇ ਲਿਆ ਕੇ ਬੰਗਲੌਰ ਤੋਂ ਲਾਏ ਨੇ
ਕਿ ਉਹ ਗੁਲਾਬ ਦੇ ਬੂਟੇ ਜਿਹੜੇ ਨੇ ਹੁਣ ਪ੍ਰਫੁੱਲਤ ਹੋ ਰਹੇ ਨੇ, ਗੁਲਾਬ ਦੇ ਫੁੱਲ ਉਹਨਾਂ ਨੂੰ ਲੱਗੇ ਨੇ, ਬੜੀ ਖੂਬਸੂਰਤੀ ਜਿਹੜੀ ਹੈ ਔਰ ਬੜੀ ਮਿੱਠੀ ਮਹਿਕ ਜਿਹੜੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਇਹਨਾਂ ਫੁੱਲਾਂ ਦੀ ਜਾਂਦੀ ਹੈ। ਇੱਥੇ ਅਲੱਗ-ਅਲੱਗ ਰੰਗਾਂ ਦੇ ਫੁੱਲ ਜਿਹੜੇ ਨੇ ਉਹ ਸਾਨੂੰ ਦਰਸਾ ਰਹੇ ਨੇ ਕਿ ਇੱਥੇ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਬਗੀਚਿਆਂ ਦੇ ਵਿੱਚ ਅਲੱਗ-ਅਲੱਗ ਰੰਗਾਂ ਦੇ ਫੁੱਲ ਜਿਹੜੇ ਆ ਉਹ ਬਾਗ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦੇ ਆ ਤੇ ਇੱਕ ਤਰ੍ਹਾਂ ਦੇ ਜੇ ਇਸ ਬਾਗ ਦੇ ਵਿੱਚ ਫੁੱਲ ਹੋਣ ਤੇ ਉਨੀ ਖੂਬਸੂਰਤੀ ਜਿਹੜੀ ਹੈ ਉਹ ਪ੍ਰਗਟ ਨਹੀਂ ਹੁੰਦੀ ਜਿੰਨੀ ਅਲੱਗ-ਅਲੱਗ ਰੰਗਾਂ ਦੇ ਨਾਲ ਪ੍ਰਗਟ ਹੁੰਦੀ ਹੈ। ਔਰ ਸਾਨੂੰ ਇਹੋ ਸੁਨੇਹਾ ਦਿੰਦੀ ਹੈ ਕਿ ਸੰਸਾਰ ਦੇ ਵਿੱਚ ਅਲੱਗ-ਅਲੱਗ ਵੰਨਗੀਆਂ ਦੇ, ਅਲੱਗ-ਅਲੱਗ ਨਸਲਾਂ ਦੇ, ਅਲੱਗ-ਅਲੱਗ ਕਿਸਮਾਂ ਦੇ ਜਿਹੜੇ ਨੇ ਲੋਕ, ਜੀਵ ਜੰਤੂ ਰਹਿੰਦੇ ਨੇ। ਇਹਦੇ ਬਾਵਜੂਦ ਵੀ ਸਾਰੇ ਅਸੀਂ ਇੱਕੋ ਨਸਲ, ਇੱਕੋ ਹੀ ਅਸਲੇ ਦੇ ਬਣੇ ਆ ਸਾਰੇ ਅਸੀਂ। ਭਾਰਤ ਸਰਕਾਰ ਨੇ ਵੀ ਕਿਹਾ, ਦੂਜੀਆਂ ਸਟੇਟਾਂ ਦੀਆਂ ਸਰਕਾਰਾਂ ਨੇ ਵੀ ਕਿਹਾ ਜਦੋਂ ਸ਼ਰਾਬ ਦੇ ਠੇਕੇ ਖੋਲ੍ਹੇ ਕਿ ਸੋਸ਼ਲ ਡਿਸਟੈਂਸ ਰੱਖਦੇ ਹੋਏ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਸ਼ਰਾਬ ਦੀ। ਤੇ ਮੈਂ ਸਮਝਦਾ ਕਿ ਭਾਰਤ ਸਰਕਾਰ ਨੂੰ ਮੰਦਰਾਂ, ਗੁਰਦੁਆਰੇ ਅਤੇ ਮਸਜਿਦਾਂ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਹੈ ਦਰਸ਼ਨ ਦਿਦਾਰੇ ਕਰਨ ਵਾਸਤੇ ਅਲਾਉ ਕਰਨਾ ਚਾਹੀਦਾ ਹੈ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਨਾਕਿਆਂ ਦੇ ਉੱਤੇ ਪੁਲਿਸ ਦੇ ਨਾਕੇ ਲੱਗੇ ਨੇ, ਉੱਥੇ ਸੰਗਤਾਂ ਜਿਹੜੀਆਂ ਨੇ ਰੋਂਦੀਆਂ ਨਜ਼ਰ ਆਉਂਦੀਆਂ। ਤੇ ਕਿਉਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਹੈ, ਜ਼ਿੰਮੇਵਾਰ ਸੰਸਥਾ ਹੈ ਤੇ ਇਹਦੇ ਸੇਵਾਦਾਰ ਜਿਹੜੇ ਆ ਕੋਈ 50-50, 40-40 ਕਰਕੇ ਸੰਗਤ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਭੇਜਣ ਤੇ ਉਹ ਵਿਚਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ, ਅਰਦਾਸ ਬੇਨਤੀ ਕਰਨ, ਆਪਣੀਆਂ ਭਾਵਨਾਵਾਂ ਵਿਅਕਤ ਕਰਨ। ਤੇ ਸਰਕਾਰ ਨੂੰ ਚਾਹੀਦਾ ਕਿ ਉਸ ਪਾਸੇ ਧਿਆਨ ਦੇਵੇ। ਗੁਰਦੁਆਰੇ ਸਾਹਿਬਾਨ, ਮੰਦਰਾਂ ਤੇ ਮਸਜਿਦਾਂ ਤੇ ਗਿਰਜਿਆਂ ਦੇ ਜਿਹੜੇ ਬੂਹੇ ਆ ਉਹ ਵੀ ਖੋਲ੍ਹਣੇ ਚਾਹੀਦੇ ਹੈ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਜਿਹੜੀ ਹੈ ਉਹ ਬਰਕਰਾਰ ਰੱਖੀ ਜਾਵੇ ਤੇ ਇਹ ਬੂਹੇ ਖੋਲ੍ਹਣੇ ਚਾਹੀਦੇ। ਇਸ ਪ੍ਰੋਗਰਾਮ ਵਿੱਚ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਕਿ ਸਾਰੇ ਹਫ਼ਤੇ ਦੀਆਂ ਪੰਥਕ ਸਰਗਰਮੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਤੁਸੀਂ ਕੋਈ ਰਾਏ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@pcnetwork.com ਤੇ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ। ਤਦ ਤੱਕ ਲਈ ਤੁਸੀਂ ਆਪਣੇ ਘਰਾਂ 'ਚ ਰਹੋ, ਸੁਰੱਖਿਅਤ ਰਹੋ ਅਤੇ ਗੁਰੂ ਚਰਨਾਂ 'ਚ ਕਰੋ ਅਰਦਾਸ ਕਿ ਸਮੁੱਚੀ ਮਾਨਵਤਾ ਨੂੰ ਇਸ ਮਹਾਮਾਰੀ ਤੋਂ ਜਲਦ ਛੁਟਕਾਰਾ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।